वाहिगुरु सतनाम श्री वाहिगुरु। डंडौत बंधन अनक बार, सर्व कला समरथ। ढोलन ते राखो प्रभु, नानक दे कर हथ। करो बंदना अनक बार, शरण परो हर राए। भ्रम कटिए नानक साध संग, दुतिया पाव मिटाए। यह जन्म तुम्हारे लेखे माधो लेखे लालो। यह जन्म तुम्हारे लेखे माधो लेखे लालो जी। बीबियां भैणां बोलो। जन्म तुम्हारे लेखे माधो लेखे लालो जी। यह जन्म तुम्हारे लेखे माधो लेखे लालो जी। माधो लेखे लालो जी, माधो लेखे लालो जी। लेखे लालो जी, माधो लेखे लालो जी। लेखे लालो जी, माधो लेखे लालो। लेखे लालो जी, माधो लेखे लालो जी।
ਵਿਛਰੇ ਥੇ ਮਾਧੋ। ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਧੰਨਤਾ ਦੇ ਯੋਗ ਹੋ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਜੀ ਦੀ ਪਾਕ ਵਾਰਗਾਹ ਦੇ ਵਿੱਚ ਬੈਠਣ ਦਾ ਇਸ ਭਾਗਾ ਸਮਾਂ ਪ੍ਰਾਪਤ ਹੈ। ਮਹਾਂਪੁਰਸ਼ਾਂ ਪਾਸੋਂ, ਵਿਦਵਾਨਾਂ ਪਾਸੋਂ, ਗੁਣੀ ਜਨਾਂ ਪਾਸੋਂ, ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਹੁਣ ਤੱਕ ਰੱਬੀ ਬਾਣੀ ਦੇ ਕੀਰਤਨ, ਰੱਬੀ ਬਾਣੀ ਦੀਆਂ ਵਿਚਾਰਾਂ ਔਰ ਸੰਤ ਜੀ ਮਹਾਰਾਜ, ਧੰਨ 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 ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਰਾੜਾ ਸਾਹਿਬ ਵਾਲੇ, ਉਹਨਾਂ ਦੇ ਜੀਵਨ ਕੌਤਕ ਜਿਨ੍ਹਾਂ ਦੇ ਨਾਲ ਜੁੜਨ ਦਾ ਆਪ ਜੀ ਨੂੰ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਕਿਉਂਕਿ ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ। ਹਰ ਆਪਣੀ ਵਡਿਆਈ ਭਾਂਵਦੀ ਜਨ ਕਾ ਜੈਕਾਰ ਕਰਾਈ। ਜੋ ਰੱਬ ਦੇ ਪਿਆਰਿਆਂ ਦੀ ਵਡਿਆਈ ਹੈ, ਜੋ ਉਹਨਾਂ ਦੀ ਉਸਤਤ ਹੈ, ਜੋ ਉਹਨਾਂ ਦੀ ਸੋਭਾ ਹੈ, ਉਹ ਅਕਾਲ ਪੁਰਖ ਦੀ ਹੀ ਵਡਿਆਈ ਹੈ। ਕਿਉਂਕਿ ਅਕਾਲ ਪੁਰਖ ਦੇ ਭੇਜੇ ਹੋਏ ਉਹ ਸੰਸਾਰ ਦੇ ਵਿੱਚ ਆਉਂਦੇ ਨੇ, ਸੰਸਾਰ ਦਾ ਭਲਾ ਕਰਕੇ ਸੰਸਾਰ ਤੋਂ ਚਲੇ ਜਾਂਦੇ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਮਦੀਨਾ ਪਹੁੰਚੇ, ਉੱਥੋਂ ਦੇ ਮਜੌਰ, ਉੱਥੋਂ ਦੇ ਪੁਜਾਰੀ ਜਿਹੜੇ ਸਨ, ਉਹਨਾਂ ਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕਰਨਾ ਕੀਤਾ ਸੀ। ਉਹਨਾਂ ਨੇ ਪੁੱਛਿਆ, ਮਹਾਰਾਜ ਜੀ, ਸੰਸਾਰ ਵਿੱਚ ਮਹਾਂਪੁਰਖ ਕਿਉਂ ਆਉਂਦੇ ਨੇ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਬਚਨ ਕੀਤਾ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨਾਨਕ ਪ੍ਰਕਾਸ਼ ਦੇ ਵਿੱਚ ਅੰਕਿਤ ਕਰਦੇ ਨੇ ਕਿ ਜਿਨ੍ਹਾਂ ਖੁਦਾਏ ਬਸਾਰਿਓ ਆਵੈ ਤਿਨ ਕੇ ਹੇਤ। ਉਹ ਕਾਹਦੇ ਵਾਸਤੇ ਆਉਂਦੇ ਨੇ? ਉਹਨਾਂ ਦਾ ਜ਼ਿੰਦਗੀ ਦੇ ਵਿੱਚ ਆਉਣ ਦਾ ਕੀ ਮੁੱਦਾ ਹੁੰਦਾ ਹੈ? ਜਿਨ੍ਹਾਂ ਨੇ ਰੱਬ ਨੂੰ ਵਿਸਾਰ ਦਿੱਤਾ ਹੁੰਦਾ ਹੈ, ਜਿਹੜੇ ਰੱਬ ਦੀ ਹਸਤੀ ਤੋਂ ਮੁਨਕਰ ਹੋ ਚੁੱਕੇ ਹੁੰਦੇ ਨੇ, ਜਿਨ੍ਹਾਂ ਦੀ ਇਹ ਡੈਫੀਨੇਸ਼ਨ ਹੋਵੇ, ਦਾਤ ਪਿਆਰੀ ਬਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਜੋ ਅਕਾਲ ਪੁਰਖ ਦੀਆਂ ਦਾਤਾਂ ਨੂੰ ਪਾ ਕੇ ਅਕਾਲ ਪੁਰਖ ਨੂੰ ਭੁੱਲ ਜਾਂਦੇ ਨੇ, ਹਮੇਸ਼ਾ ਉਹਨੂੰ ਅਲੰਭੇ ਹੀ ਦਿੰਦੇ ਰਹਿੰਦੇ ਨੇ, ਉਹਨਾਂ ਨੂੰ ਸਿੱਧੇ ਰਸਤੇ ਪਾਉਣ ਦੇ ਵਾਸਤੇ ਰੱਬ ਦੇ ਪਿਆਰਿਆਂ ਦਾ, ਮਹਾਂਪੁਰਖਾਂ ਦਾ, ਸੰਤ ਜਨਾਂ ਦਾ ਸੰਸਾਰ ਵਿੱਚ ਆਉਣਾ ਹੁੰਦਾ ਹੈ। ਜਿਨ੍ਹਾਂ ਖੁਦਾਏ ਵਿਸਾਰਿਓ ਆਵੈ ਤਿਨ ਕੈ ਹੇਤ, ਭਲੋ ਪੰਥ ਦਿਖਰਾਏ ਕੈ ਜਾਵੇ ਆਪਣਾ ਨਕੇਤ। ਉਹ ਦੁਨੀਆ ਨੂੰ ਭਲਾ ਰਸਤਾ ਦਿਖਾ ਕੇ, ਰੱਬ ਦੇ ਮਿਲਾਪ ਦਾ ਰਸਤਾ ਦਿਖਾ ਕੇ ਉਹ ਸੰਸਾਰ ਦੇ ਵਿੱਚੋਂ ਜਾਂਦੇ ਨੇ। ਕਿਉਂਕਿ ਜੇ ਕੋਈ ਟੁੱਟੀਆਂ ਰੂਹਾਂ ਨੂੰ ਰੱਬ ਦੇ ਨਾਲ ਜੋੜ ਸਕਦਾ ਹੈ, ਉਹ ਹੈ ਕੇਵਲ ਤੇ ਕੇਵਲ ਇੱਕ ਸਾਧੂ, ਮਹਾਂਪੁਰਖ, ਰੱਬ ਦਾ ਪਿਆਰਾ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਕਿਉਂ ਹੈ? ਕਿਉਂਕਿ ਉਹ ਦੁਨੀਆ ਨੂੰ ਪਿਆਰ ਕਰਦਾ, ਦੁਨੀਆ ਨੂੰ ਗਲ ਦੇ ਨਾਲ ਲਾਉਂਦਾ ਹੈ, ਦੁਨੀਆ ਦੇ ਦੁੱਖੜੇ ਸੁਣਦਾ ਹੈ, ਦੁੱਖੜੇ ਸੁਣ ਕੇ ਫਿਰ ਉਹਨਾਂ ਨੂੰ ਕੱਟਦਾ ਵੀ ਹੈ। ਇਹੋ ਜਿਹੇ ਸਨ ਸੰਤ ਜੀ ਮਹਾਰਾਜ, ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਪਿਆਰ ਦੇ ਨਾਲ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ। ਜਿਹਦਾ ਦੁੱਖ ਸੁਣਿਆ, ਉਹਦੇ ਦੁੱਖ ਨੂੰ ਦੂਰ ਕੀਤਾ। ਦੁੱਧ ਵਾਲਿਆਂ ਨੂੰ ਦੁੱਧ, ਪੁੱਤ ਵਾਲਿਆਂ ਨੂੰ ਪੁੱਤ, ਪ੍ਰਾਪਰਟੀ ਵਾਲੇ ਜਿਹੜੇ ਪ੍ਰਾਪਰਟੀ ਚਾਹੁੰਦੇ ਸਨ, ਜਾਇਦਾਦ ਆਦਿ, ਕਾਰੋਬਾਰ ਵੀ ਬਖਸ਼ਿਸ਼ ਕਰਨੇ ਕੀਤੇ। ਕਿਹੜੇ ਕਿਹੜੇ ਪਰਉਪਕਾਰ ਉਹਨਾਂ ਦੇ ਯਾਦ ਕੀਤੇ ਜਾਣ। ਸਭ ਤੋਂ ਵੱਡਾ ਜੋ ਪਰਉਪਕਾਰ ਹੈ, ਜਨਮ ਮਰਨ ਦੁਖ ਹੋਮੈ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਪੰਚਮ ਪਾਤਸ਼ਾਹ ਮਹਾਰਾਜ ਐਸਾ ਕਥਨ ਕਰਦੇ ਨੇ। ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ। ਟੁੱਟੀਆਂ ਰੂਹਾਂ ਨੂੰ
ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ। ਨਿਹੋਂ ਜੇ ਵਿਦਾ ਮਨ ਪਛਾਣੋ ਬਿਰਲੋਥੀਓ, ਜੋੜਨ ਹਾਰੋ ਸੰਤ ਨਾਨਕ ਪਾਦਰ ਪੱਧਰੋ। ਉਹ ਜੋੜਨ ਹਾਰੇ ਹੁੰਦੇ ਨੇ ਕਿਉਂਕਿ ਆਪ ਜੁੜੇ ਹੁੰਦੇ ਨੇ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕੀਤਾ ਕਿ ਜਿਨ੍ਹਾਂ ਖੁਦਾਏ ਬਸਾਰਿਓ ਆਵੇ ਤਿਨ ਕੇ ਹੇਤ, ਭਲੋ ਪੰਥ ਦਿਖਰਾਏ ਕਹਿ ਜਾਵੇ ਆਪਣਾ ਨਕੇਤ। ਇਸੇ ਤਰ੍ਹਾਂ ਦੇ ਨਾਲ ਜੋੜਨ ਵਾਲੇ ਸੰਤ ਬਾਬਾ ਵੀਰ ਸਿੰਘ ਜੀ ਦੇ ਪੋਤਰੇ ਧੰਨ ਧੰਨ ਬਾਬਾ ਰਾਮ ਸਿੰਘ ਜੀ ਮਹਾਰਾਜ, ਮਾਤਾ ਰਤਨ ਕੌਰ ਜੀ ਦੇ ਸਪੂਤ। ਮਾਂ ਰਤਨ ਕੌਰ ਦਾ ਲਾਲ ਹੈ ਰਾਮ ਸਿੰਘ ਦਾ ਜਾਇਆ, ਦੁਨੀਆ ਉੱਤੇ ਨਾਮ ਰਤਨ ਵੰਡਣ ਲਈ ਆਇਆ। ਰਾਮ ਰਤਨ ਤੋਂ ਉਪਜਿਆ ਜਿਉ ਮੋਤੀ ਸੁੱਚੇ, ਜਿਸ ਮਹਿਕਾਂ ਨਾਮ ਦੀਆਂ ਵੰਡੀਆਂ ਹੈ ਦੁਨੀਆ ਉੱਤੇ। ਸਾਰੇ ਸੰਸਾਰ ਦੇ ਉੱਤੇ ਉਹਨਾਂ ਨੇ ਆ ਕੇ ਮਹਿਕਾਂ ਨਾਮ ਦੀਆਂ ਵੰਡਣੀਆਂ ਕੀਤੀਆਂ। ਮਾਤਾ ਰਤਨ ਕੌਰ ਜੀ ਦੀ ਕੁੱਖ ਨੂੰ ਭਾਗ ਲਾਏ ਪਿਤਾ ਸਰਦਾਰ ਨੰਬਰਦਾਰ ਬਾਬਾ ਰਾਮ ਸਿੰਘ ਜੀ, ਜਿਨ੍ਹਾਂ ਦੇ ਗ੍ਰਹਿ ਵਿਖੇ ਉਹਨਾਂ ਦੀ ਮਿਸ਼ਰਤ ਤਪੱਸਿਆ ਦਾ ਫਲ ਸੰਤ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਜਨਮ ਹੋਇਆ, ਉਹਨਾਂ ਦਾ ਆਗਮਨ ਹੋਇਆ, ਉਹਨਾਂ ਦਾ ਅਵਤਾਰ ਹੋਇਆ। ਸੰਸਾਰ ਦੇ ਵਿੱਚ ਸਾਧੂ ਆਉਂਦੇ ਨੇ ਭਲਾ ਪੰਥ ਦਿਖਲਾਉਣ ਦੇ ਵਾਸਤੇ। ਸੋ ਇਸੇ ਤਰ੍ਹਾਂ ਦੇ ਨਾਲ ਸੰਤ ਜੀ ਮਹਾਰਾਜ ਦਾ ਸੰਸਾਰ ਦੇ ਵਿੱਚ ਆਉਣਾ ਹੋਇਆ। ਫਿਰ ਬੈਠ ਕਿਨਾਰੇ ਟੋਭੇ ਦੇ ਕਰੀ ਤਪੱਸਿਆ ਭਾਰੀ ਸੀ। ਸੰਤ ਜੀ ਮਹਾਰਾਜ ਨੇ ਬਚਪਨ ਦੇ ਵਿੱਚ ਜਦੋਂ ਆਪ ਜੀ ਦਾ ਜਨਮ ਹੋਇਆ, ਕਿਉਂਕਿ ਆਪ ਜੀ ਦੀਆਂ ਸਾਖੀਆਂ ਤੇ ਬਹੁਤ ਲੰਮੀਆਂ ਨੇ, ਸੁਣਾਉਂਦੇ ਜਾਂਦੇ ਨੇ। 48 ਸਾਲਾਂ ਤੋਂ ਸੁਣਾ ਰਹੇ ਹਾਂ, ਵਿਦਵਾਨ ਵੀ ਸੁਣਾ ਰਹੇ ਨੇ, ਕੋਈ ਹੱਡ ਬੀਤੀ, ਕੋਈ ਜੱਗ ਬੀਤੀ, ਕਿਸੇ ਦੇ ਨਾਲ ਬੀਤੀਆਂ ਨੇ, ਕਿਸੇ ਨੇ ਸੁਣੀਆਂ ਸੁਣਾਈਆਂ ਨੇ, ਸਭ ਨੇ ਸੁਣਾਈਆਂ ਨੇ, ਅੱਜ ਤੱਕ ਮੁੱਕੀਆਂ ਨਹੀਂ, ਨਾ ਮੁੱਕਣਗੀਆਂ ਕਦੇ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰਦੇ ਹੀ ਰਹਿਣਗੇ, ਕਰਦੇ ਆਏ ਨੇ ਤੇ ਕਰਦੇ ਹੀ ਰਹਿਣਗੇ। ਇਹ ਸਦਾ ਅਮਰ ਕਹਾਣੀ ਹੈ, ਇਹ ਅਮਰ ਹੀ ਰਹੇਗੀ। ਸੰਤ ਜੀ ਮਹਾਰਾਜ ਦੀ ਜੋ ਕਥਾ ਕਹਾਣੀ ਹੈ, ਜੋ ਉਹਨਾਂ ਦੇ ਜੀਵਨ ਦੀਆਂ ਝਲਕੀਆਂ ਨੇ, ਜੋ ਜੀਵਨ ਵਿੱਚ ਉਹਨਾਂ ਨੇ ਸੰਸਾਰ ਦਾ ਉਧਾਰ ਕੀਤਾ, ਇਹ ਕੋਈ ਗਿਣਤੀ ਮਿਣਤੀ ਕਰ ਹੀ ਨਹੀਂ ਸਕਦਾ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਾਰਿਆਂ ਦੀ ਕੋਈ ਗਿਣਤੀ ਨਹੀਂ ਨਾ, ਇਸੇ ਤਰ੍ਹਾਂ ਦੇ ਨਾਲ ਜਿਸ ਵੀ ਵਿਦਵਾਨ ਪਾਸੋਂ ਜਾਂ ਜਿਸ ਵੀ ਬੁਲਾਰੇ ਪਾਸੋਂ ਤੁਸੀਂ ਕੋਈ ਬਾਤ ਸੁਣੋ ਤੇ ਤੁਹਾਨੂੰ ਨਵੀਂ ਲੱਗਦੀ ਹੈ। ਜਿਵੇਂ ਹੁਣੇ ਸੰਤ ਬਾਬਾ ਹਰੀ ਸਿੰਘ ਜੀ ਮਹਾਂਪੁਰਸ਼ਾਂ ਨੇ ਮਹਾਰਾਜ ਜੀ ਦੀ ਬਾਬਤ ਬਹੁਤ ਕੁਝ ਸੁਣਾਇਆ। ਫਿਰ ਗਿਆਨੀ ਚਰਨਜੀਤ ਸਿੰਘ ਜੀ ਹੁਣਾਂ ਨੇ, ਉਹਨਾਂ ਨੇ ਵੀ ਨਵੀਂ ਬਾਤ ਸੁਣਾਈ। ਪਤਾ ਨਹੀਂ ਕਿਤਨੇ ਕੁ ਬਲਬਲੇ ਸੰਸਾਰ ਦੇ ਅੰਦਰ ਨੇ ਜਿਹੜੇ ਹੌਲੀ ਹੌਲੀ ਨਿਕਲ ਕੇ ਸਾਹਮਣੇ ਆ ਰਹੇ ਨੇ। ਕਿਸੇ ਨਾਲ ਕੋਈ ਘਟਨਾ ਵਾਪਰੀ ਹੈ, ਕਿਸੇ ਨਾਲ ਕੋਈ ਸਾਖੀ ਵਾਪਰੀ ਹੈ, ਹੌਲੀ ਹੌਲੀ ਕੋਈ ਸੁਣਾ ਸਕਦਾ, ਕੋਈ ਨਹੀਂ ਸੁਣਾ ਸਕਦਾ। ਲੇਕਿਨ ਪੂਰਾ ਇਤਿਹਾਸ ਜਿਹੜਾ ਹੈ ਮਹਾਂਪੁਰਖ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ ਪਰਉਪਕਾਰਾਂ ਦੇ ਨਾਲ ਭਰਿਆ ਪਿਆ ਹੈ। ਸੰਸਾਰ ਜਿਹੜਾ ਹੈ, ਜਿੱਥੇ ਕਿਤੇ ਵੀ ਤੁਸੀਂ ਜਾਓ, ਦੇਸ਼ ਵਿੱਚ ਪ੍ਰਦੇਸ਼ ਵਿੱਚ ਜਿੱਥੇ ਕਿਤੇ ਵੀ ਬੈਠੋ, ਸੰਤ ਮਹਾਰਾਜ ਜੀ ਦੀ ਕੋਈ ਬਾਤ ਛੇੜ ਕੇ ਦੇਖੋ ਸਹੀ, ਕੋਈ ਨਾ ਕੋਈ ਤੁਹਾਨੂੰ ਉਹਨਾਂ ਦੇ ਜੀਵਨ ਵਿੱਚੋਂ ਨਵੀਂ ਸਾਖੀ ਮਿਲੇਗੀ। ਇਸ ਕਰਕੇ ਸਾਖੀਆਂ ਤੇ ਬੜੀਆਂ ਨੇ, ਆਪਾਂ ਤੇ ਕੇਵਲ ਉਹਨਾਂ ਦਾ ਜਸ ਕਰਕੇ ਸਮਾਂ ਸਫਲਾ ਕਰ ਰਹੇ ਹਾਂ। ਸੰਤ ਜੀ ਮਹਾਰਾਜ ਦਾ ਜਨਮ ਹੋਇਆ ਪਿੰਡ ਆਲੋਵਾਲ ਦੇ ਵਿੱਚ। ਸੋ ਉਸ ਤੋਂ ਉਪਰੰਤ ਆਪ ਜੀ ਨੇ ਸਕੂਲ ਦੀ ਪੜ੍ਹਾਈ ਕੀਤੀ। ਸਕੂਲ ਦੀ ਪੜ੍ਹਾਈ ਦੇ ਸਮੇਂ ਵੀ ਇਤਨੇ ਪ੍ਰਮਾਤਮਾ ਦੇ ਪਰਮੇਸ਼ਰ ਦੇ ਰੰਗ ਵਿੱਚ ਰੱਤੇ ਗਏ। ਪੜ੍ਹਾਈ ਦੌਰਾਨ ਵੀ ਆਪ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੇ 12 ਪਾਠ ਕਰ ਲਿਆ ਕਰਦੇ ਸਨ, ਇਤਨੀ ਤਪੱਸਿਆ ਕਰਦੇ ਸਨ। ਫਿਰ ਹੌਲੀ ਹੌਲੀ ਜਦੋਂ ਪਟਿਆਲੇ ਤੋਪਖਾਨੇ ਵਿੱਚ ਫੌਜੀਆਂ ਦੀ ਸੰਗਤ ਹੋਈ, ਕਿਉਂਕਿ ਹਾਕੀ ਦੇ ਜਿਹੜੇ ਖਿਡਾਰੀ ਸਨ, ਆਪ ਜੀ ਹਾਕੀ ਖੇਡਦੇ ਸਨ, ਕੈਪਟਨ ਸਨ, ਤੇ ਜੋ ਉੱਥੋਂ ਦੀ ਆਰਮੀ ਸੀ ਉਹਨਾਂ ਦੀ ਟੀਮ ਤੇ ਸੰਤ ਜੀ ਮਹਾਰਾਜ ਦੇ ਸਕੂਲ ਦੀ ਟੀਮ ਜਿਹੜੀ ਉਹ ਇਕੱਠੇ ਖੇਡਿਆ ਕਰਦੇ ਸਨ। ਇਸ ਕਰਕੇ ਜਿਹੜਾ ਕੀਰਤਨੀ ਜਥਾ ਸੀ, ਜਿੱਥੇ ਛੋਟੇ ਸੰਤ ਜੀ ਮਹਾਰਾਜ ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਖਜ਼ਾਨਚੀ ਸਨ, ਖਜ਼ਾਨੇ ਦੀ ਸੇਵਾ ਸੰਭਾਲ ਕਰਦੇ ਸਨ, ਚਿਮਟੇ ਦੀ ਸੇਵਾ ਉੱਥੇ ਆ ਕੇ ਸੰਤ ਜੀ ਮਹਾਰਾਜ ਛੋਟੇ ਵੀ ਨਾਲ ਕਰਨ ਲੱਗ ਪਏ। ਹੁਣ ਜਿੱਥੇ ਜਿਹੋ ਜੀ ਸੰਗਤ ਹੋਵੇ ਉਹੋ ਜੀ ਰੰਗਤ ਹੋ ਜਾਂਦੀ ਹੈ। ਜਿੱਥੇ ਨਾਮ ਜਪਿਆ ਜਾਂਦਾ ਹੋਵੇ, ਸਿਮਰਨ ਕੀਤਾ ਜਾਂਦਾ ਹੋਵੇ, ਕਿਉਂ ਨਹੀਂ ਚਿਟਕ ਲੱਗਦੀ। ਜਦੋਂ ਫੌਜੀਆਂ ਨੂੰ ਦੇਖਣਾ ਤਪੱਸਿਆ ਕਰਦਿਆਂ ਨੂੰ, ਤੇ ਉਸ ਵਕਤ ਆਪ ਜੀ ਦੇ ਮਨ ਵਿੱਚ ਵੀ ਇਹ ਖਿੱਚ ਪੈਦਾ ਹੋਈ ਕਿ ਜੇ ਕੋਈ ਰੱਬ ਦਾ ਬਖਸ਼ਿਆ ਮਿਲ ਜਾਵੇ ਤੇ ਫਿਰ ਅਸੀਂ ਵੀ ਬਖਸ਼ੇ ਜਾਈਏ। ਭਾਵੇਂ ਤੁਰੋਂ ਹੀ ਬਖਸ਼ਿਆ ਰੂਹਾਂ ਸਨ, ਲੇਕਿਨ ਸਵਾਂਗੀ ਜਿਹੋ ਜਿਹਾ ਸਵਾਂਗ ਧਾਰਨ ਕਰਦਾ ਹੈ, ਉਹ ਜੇ ਕਰਤੱਵ ਵੀ ਫਿਰ ਕਰਦਾ ਹੈ। ਇਸ ਕਰਕੇ ਮਨ ਵਿੱਚ ਇੱਛਾ ਹਮੇਸ਼ਾ ਬਣੀ ਰਹਿੰਦੀ ਸੀ।
ਮਿਲ ਜਾਵੇ ਜੇ ਕੋਈ ਰੱਬ ਦਾ ਬਖਸ਼ਿਆ, ਮਿਲ ਜਾਵੇ ਜੇ ਕੋਈ ਰੱਬ ਦਾ ਬਖਸ਼ਿਆ, ਮਿਲ ਜਾਵੇ ਜੇ ਕੋਈ ਰੱਬ ਦਾ ਬਖਸ਼ਿਆ। ਮਿਲ ਜਾਵੇ ਜੇ ਕੋਈ ਰੱਬ ਦਾ ਬਖਸ਼ਿਆ, ਮਿਲ ਜਾਵੇ ਜੇ ਕੋਈ ਰੱਬ ਦਾ ਬਖਸ਼ਿਆ, ਮਿਲ ਜਾਵੇ ਜੇ ਕੋਈ ਰੱਬ ਦਾ ਬਖਸ਼ਿਆ। ਤੂੰ ਵੀ ਬਖਸ਼ਿਆ ਜਾਵੇਂਗਾ ਮਨਾ ਜੇ ਕੋਈ ਰੱਬ ਦਾ ਬਖਸ਼ਿਆ, ਮਿਲ ਜਾਵੇ ਜੇ ਕੋਈ ਰੱਬ ਦਾ ਬਖਸ਼ਿਆ, ਬਖਸ਼ਿਆ ਜਾਵੇਗਾ, ਮਿਲ ਜਾਵੇ ਰੱਬ ਦਾ ਬਖਸ਼ਿਆ। ਹਾਂ ਤੂੰ ਵੀ ਬਖਸ਼ਿਆ ਜਾਵੇਂਗਾ ਮਨਾ ਜੇ ਕੋਈ ਰੱਬ ਦਾ ਬਖਸ਼ਿਆ, ਮਿਲ ਜਾਵੇ ਜੇ ਕੋਈ ਰੱਬ ਦਾ ਬਖਸ਼ਿਆ, ਬਖਸ਼ਿਆ ਜਾਵੇਗਾ, ਜਾਵੇ ਕੋਈ ਰੱਬ ਦਾ ਬਖਸ਼ਿਆ। ਉੱਠ ਫਰੀਦਾ ਸੁੱਤਿਆ ਦੁਨੀਆ ਦੇਖਣ ਜਾ, ਕੋਈ ਮਿਲ ਜੇ ਰੱਬ ਦਾ ਬਖਸ਼ਿਆ ਤੂੰ ਵੀ ਬਖਸ਼ਿਆ ਜਾ। ਭਾਲ ਹੁੰਦੀ ਹੈ ਫਕੀਰਾਂ ਨੂੰ ਫਕੀਰ ਦੀ, ਜਿਹੜਾ ਮਿਲਾ ਦੇਵੇ ਪਰਮੇਸ਼ਰ ਅਕਾਲ ਪੁਰਖ ਦੇ ਨਾਲ। ਜਿੱਥੋਂ ਵਿਛੜੇ ਨੇ ਉੱਥੇ ਜੇ ਕੋਈ ਮਿਲਾਉਣ ਦਾ ਰਸਤਾ ਦੱਸ ਦੇਵੇ ਤੇ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ। ਇੱਥੋਂ ਤੱਕ ਉਹ ਆਪਣਾ ਆਪਾ ਕੁਰਬਾਨ ਕਰਨ ਲਈ ਵੀ ਤਿਆਰ ਹੋ ਜਾਂਦੇ ਨੇ। ਸੀਸ ਵੱਡੇ ਕਰ ਬੈਸਣ ਦੀਜੈ ਬਿਨ ਸਿਰ ਸੇਵ ਕਰੀਜੈ। ਇਹ ਤੇ ਕਦਰ ਦੀ ਗੱਲ ਹੈ, ਕੀਮਤ ਦੀ ਗੱਲ ਹੈ। ਜਿਨ੍ਹਾਂ ਨੂੰ ਕੀਮਤ ਕਦਰ ਹੈ ਉਹ ਆਪਣੇ ਆਪੇ ਦੀ ਕਦੇ ਪਰਵਾਹ ਨਹੀਂ ਕਰਦੇ। ਉਹ ਸੰਸਾਰ ਦੇ ਵਿੱਚੋਂ ਨਿਰਲੇਪ ਹੋ ਕੇ ਕੇਵਲ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ ਨੇ ਤੇ ਆਪਣਾ ਆਪਾ ਕੁਰਬਾਨ ਕਰਨ ਲੱਗਿਆਂ ਕਦੇ ਦੇਰ ਨਹੀਂ ਲਾਇਆ ਕਰਦੇ। ਸੋ ਇਸ ਕਰਕੇ ਸਿੱਖ ਮਨ ਦੇ ਵਿੱਚ ਖਿੱਚ ਮਨ ਵਿੱਚ ਹੈ, ਮਨ ਵਿੱਚ ਮਨੋਰਥ ਹੈ ਕਿ ਜਿਹੜੇ ਰੰਗ ਵਿੱਚ ਇਹ ਰੱਤੇ ਨੇ, ਕਿਵੇਂ ਕਥਾ ਕੀਰਤਨ ਕਰਦੇ ਨੇ, ਕਿਵੇਂ ਨਾਮ ਬਾਣੀ ਵਿੱਚ ਝੂਮਦੇ ਨੇ, ਜੇ ਕਿਤੇ ਸਾਨੂੰ ਵੀ ਉਹ ਪੁਰਖ ਮਿਲ ਜਾਵੇ ਜਿਸ ਨੇ ਇਹਨਾਂ ਨੂੰ ਰੰਗ ਚਾੜ ਦਿੱਤਾ ਹੈ ਤੇ ਅਕਾਲ ਪੁਰਖ ਦੀ ਮਹਾਨ ਕਿਰਪਾ ਹੋ ਜਾਏ। ਇਹ ਜਾਣ ਕੇ ਸੋ ਆਪ ਜੀ ਨੂੰ ਸੰਤ ਜੀ ਮਹਾਰਾਜ, ਛੋਟੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦਾ ਉੱਥੇ ਮਿਲਾਪ ਹੋਇਆ। ਪੁੱਛਿਆ ਇੱਕ ਦਿਨ ਕਿ ਤੁਸੀਂ ਕਿੱਥੇ ਜਾਂਦੇ ਹੋ, ਕਿਸ ਦੀ ਸੰਗਤ ਕਰਦੇ ਹੋ? ਕਹਿਣ ਲੱਗੇ ਕੋਈ ਬਾਤ ਨਹੀਂ, ਜਦ ਛੁੱਟੀਆਂ ਹੋਣਗੀਆਂ ਤੇ ਤੁਹਾਨੂੰ ਵੀ ਨਾਲ ਲੈ ਜਾਵਾਂਗੇ। ਬਾਬਾ ਹੀਰਾ ਸਿੰਘ ਜੀ ਦੀ ਮਦਦ ਅਤੇ ਸੰਤ ਜੀ ਮਹਾਰਾਜ ਛੋਟਿਆਂ ਦੀ ਪ੍ਰੇਰਨਾ ਦਾ ਸਦਕਾ ਮਹਾਰਾਜ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਬਾਬਾ ਅਤਰ ਸਿੰਘ ਮਹਾਰਾਜ ਜੀ ਦੀ ਚਰਨ ਸ਼ਰਨ ਪਹੁੰਚੇ। ਜਦੋਂ ਆਪ ਜੀ ਦਾ ਜਾ ਕੇ ਦਰਸ਼ਨ ਕਰਨਾ ਕੀਤਾ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਇਸ ਕਰਕੇ ਜਦੋਂ ਦੀਦਾਰ ਕੀਤਾ ਤੇ ਉਸ ਵਕਤ ਫਿਰ ਆਪਣਾ ਆਪਾ ਹੀ ਗਵਾ ਬੈਠੇ, ਆਪਣਾ ਆਪਾ ਕੁਰਬਾਨ ਕਰ ਦਿੱਤਾ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨੈ ਜਾਉ। ਉਹਨਾਂ ਤੋਂ ਕੁਰਬਾਨ ਜਾਈਏ, ਘੋਲੀ ਜਾਈਏ, ਬਾਰੀ ਜਾਈਏ, ਜਿਨ੍ਹਾਂ ਨੇ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਆਪਣੀ ਜਿੰਦ ਨੂੰ ਸੌਂਪ ਦੇਣਾ ਕੀਤਾ ਹੈ।
ਉਹਨਾਂ ਨੇ ਜਿੰਦ ਨੂੰ ਸੌਂਪ ਕੇ ਸੋ ਸੰਸਾਰ ਦੇ ਵਾਸਤੇ ਕੇਵਲ ਤੇ ਕੇਵਲ ਪਰਉਪਕਾਰ ਲਈ ਲੱਕ ਬੰਨ੍ਹ ਲਿਆ ਹੁੰਦਾ ਹੈ। ਐਸੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਜਿਨ੍ਹਾਂ ਨੇ ਮਹਾਨ ਸੇਵਾ ਕੀਤੀ। ਬਾਬਾ ਕਰਮ ਸਿੰਘ ਜੀ ਮਹਾਰਾਜ ਜੀ ਤੋਂ ਆਪ ਜੀ ਨੇ ਸੇਵਾ ਮੰਗੀ, ਗਰੀਬੀ ਮੰਗੀ। ਆਪ ਜੀ ਨੂੰ ਪਤਾ, ਸੁਣਦੇ ਹੋ ਬਚਨ, ਜਦੋਂ ਬਾਬਾ ਕਰਮ ਸਿੰਘ ਜੀ ਮਹਾਰਾਜ ਵਰਦਾਨ ਦੇ ਰਹੇ ਸਨ ਫੌਜੀਆਂ ਨੂੰ, ਬਾਬਾ ਅਤਰ ਸਿੰਘ ਜੀ ਮਹਾਰਾਜ ਸ਼ਾਂਤ ਸੁਭਾਅ ਦੇ ਵਿੱਚ ਖੜੇ ਸਨ। ਜਦੋਂ ਸਾਰਿਆਂ ਨੂੰ ਵਰ ਦਿੱਤਾ, ਵਰਦਾਨ ਦਿੱਤਾ, ਤੇ ਕਹਿਣ ਲੱਗੇ, ਫੌਜੀਆ ਤੂੰ ਵੀ ਕੁਝ ਮੰਗ ਲੈ। ਮਨ ਦੇ ਵਿੱਚ ਫੁਰਨਾ ਤੇ ਇਹ ਸੀ ਵੀ ਕੋਈ ਨਦੀ ਦਾ ਕਿਨਾਰਾ ਹੋਵੇ ਜਿੱਥੇ ਇਕਾਂਤ ਬੈਠ ਕੇ ਸਮਸ਼ਟੀ ਵਿਅਸ਼ਟੀ ਅਸਥੂਲ ਕਾਰਨ ਪ੍ਰਪੰਚ ਤੋਂ ਆਪਣੀ ਸੁਰਤ ਨੂੰ ਤਾਂ ਚੁੱਕ ਕੇ ਉਸ ਦੇਸ਼, ਉਸ ਕਹਿ ਦੇਸ਼ ਦੇ ਵਿੱਚ ਲੈ ਕਰ ਦਈਏ ਜਿੱਥੇ ਦਿਨਸ ਨਾ ਰਹਿਣ, ਵੇਦਨੀ ਸ਼ਾਸਤਰ ਤਹਾਂ ਵਸੈ ਨਿਰੰਕਾਰਾ, ਕਉ ਕਬੀਰ ਨਰ ਤਿਸੈ ਧਿਆਵੋ ਬਾਵਰਿਆ ਸੰਸਾਰਾ। ਉੱਥੇ ਆਪਣੀ ਸੁਰਤ ਨੂੰ ਲੀਨ ਕਰ ਦੇਣਾ ਚਾਹੁੰਦੇ ਸਨ, ਜਿੱਥੇ ਮਹਾਰਾਜ ਜੀ ਕਥਨ ਕਰਦੇ ਨੇ ਕਿ ਸੂਖ ਮਹਿਲ ਜਾ ਕੇ ਉੱਚ ਦੁਆਰੇ, ਤਾਂ ਮੈਂ ਵਸ ਹੈ ਭਗਤ ਪਿਆਰੇ। ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਬਿਰਲੇ ਕਾਹੂ ਨੇਤਰੋਂ ਡੀਠੀ। ਕੀ ਹੈ ਜੀ ਉੱਥੇ? ਤੈਂ ਗੀਤ ਨਾਦ ਆਖਾਰੇ ਸੰਗਾ, ਉਹਾਂ ਸੰਤ ਕਰੇ ਹਰ ਰੰਗਾ। ਤੈਂ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। गोहज कथा है गुरते जानी, नानक बोले हर हर बाणी। हम वासी उस देश के जहाँ पार ब्रह्म का खेल, दीवा बड़े अगम का बिन बाती बिन तेल। जिथे अगमी दीवा बढ़ता है, जिथे तक किसी की गमता ही है नहीं, वो अकाल पुरख के चरणों विच आप आनंद माणना चाहते सन। पीखा भूखा को नहीं, सब की गठड़ी लाल, गठड़ी खोल ना देखी ਤਾਂ ਤੇ ਭਇਆ ਕੰਗਾਲ। ਨਾਮ ਦਾ ਹੀਰਾ ਸਭ ਦੇ ਅੰਦਰ ਦਮਕਾ ਮਾਰ ਰਿਹਾ ਹੈ, ਪਰ ਇਹ ਆਪਣੀ ਸੁਰਤ ਦੀ ਗਠੜੀ ਖੋਲ ਕੇ ਦੇਖਦਾ ਹੀ ਨਹੀਂ ਹੈ। ਇਸ ਕਰਕੇ ਨਾਮ ਤੋਂ ਦੂਰ ਹੈ, ਉਸ ਸ਼ਾਂਤੀ ਤੋਂ, ਉਸ ਆਨੰਦ ਤੋਂ ਇਹ ਦੂਰ ਹੈ। ਜਿਹੜੇ ਆਨੰਦ ਦੇ ਵਿੱਚ ਮਖਮੂਰ ਹੋ ਕੇ ਮਹਾਂਪੁਰਖ ਰੱਬ ਦੇ ਪਿਆਰੇ ਹੋਕਾ ਦਿੰਦੇ ਨੇ, ਅਸੀਂ ਬੇਗਮਪੁਰੇ ਦੇ ਹਾਂ ਵਾਸੀ, ਜਿੱਥੇ ਦੁੱਖ ਨਹੀਂ ਉਹ ਵਿਆਪਦੇ। बेगमपुरे दे वासी, जिथे दुख नहीं हो व्याप दे। पुरे दे वासी, जिथे दुख नहीं हो व्याप दे। बेगमपुरे दे वासी, जिथे दुख नहीं हो व्याप दे। मेरे प्यारे जिथे दुख नहीं हो व्यापदे, मेरे प्यारे जिथे दुख नहीं हो व्यापदे। मेरे प्यारे जिथे दुख नहीं हो व्यापदे। बेगमपुरे देवां वासी, जिथे दुख नहीं हो व्यापदे। बेगमपुरे दे वासी, जिथे दुख नहीं हो व्यापदे। बेगमपुरे दे वासी, जिथे दुख नहीं हो व्यापदे।
बुरा, शहर को नाव दुख दोह नहीं ते ठाओ, ना तसवीस खराज ना माल, खौफ ना खता ना तरस जवाल। इस करके उस देश के वासी हुंदे ने जदों दर्शन किए, अगम्मी देश के मानो दर्शन हो गए, उन्हां जोगी होके रह गए। अमृत छकाया आप जी ने, गुलाब तो ईश्वर सिंह बना दिता। फिर जदों सैदू आप जी साल बाद वर्षी मनाउण जाया करते सन, उत्थे किसी प्रेमी दे गृह विखे पुत्र नहीं सी, महाराज जी ने दात बख्शी। उन्हें क्या महाराज जी मैं आप जी दे ਸਿੰਘਾਂ ਨੂੰ आप जी की संगत ਨੂੰ वस्त्र समा के देने ने। महाराज जी ने आग्ञा दे दी। तो जदों कफनियाँ बना के लैके आया संत जी महाराज ਵੱਡਿਆਂ ने, बाबा अतर सिंह महाराज जी ने एक कफनी आप पाई, तो दूसरी कफनी संत बाबा ईश्वर सिंह जी महाराज ਨੂੰ ਪਹਿਨਾਉਂਦਿਆਂ ਹੋਇਆਂ ਇਹ ਜਣਾ ਦਿੱਤਾ। गुरु नानक साहब के बचन ਜਿਹੜੇ सन कि खफनी जानो खफन समाना, गुरु गोर के बीच समाना। ये खफनी जो है ना, ये खफन के समान है। कौन पाँदा है खफन? मुर्दा होए सो खफनी पावै, गुरु गोर के बीच समावै। कहते खफनी वो पावे, खफन वो पावे जिहड़ा अपने आप को मुर्दा संसार वालों समझण लग जाए। इस करके नाल दी नाल जो उपदेश किया, खफनी पवा के संत जी महाराज ने उपदेश धारण कर लिया, फकीर बन गए। भावें के पता सी औखी मंजिल फकीरां वाली, मिलती है मर मर के, औखी मंजिल फकीरां वाली, मिलती है मर मर के। मंजिल फकीरां वाली, मिलदी है मर मर के। मिसल फकीरां गाखड़ी सो पाईए पूर क्रम। ये गाखड़ी जिहड़ी औखी मंजिल है, बहुत घालना दे नाल मिलदी है, एवें नहीं मिल जाती। पर संत महाराज जी ने नदरे कर्म कर दिता, क्योंकि जदों महापुरख रब दा प्यारा कोई नदरे कर्म कर देवे तो उस वक्त फिर ज्ञान होण नूं, ज्ञान चक्षु खुलण नूं देर नहीं लग्या करदी। पहले संत बाबा अतर सिंह जी महाराज मस्तूआणा साहब वाले ते बाबा अतर सिंह जी महाराज जी रेरू साहब वाले जदों इकट्ठे हुए दमदमा साहब गुरु की काशी, उदों संत महाराज जी ने, बाबा अतर सिंह महाराज जी ने दोवें हथ सिर ते रख के कहा सी कि असी इन्हां नूं वरदान दिंदे आ कि इन्हां दा बाजा घर घर वजया करेगा। कीर्तन की सेवा अकाल पुरख ने इन्हां तों लैणी है। कीर्तन की दात उत्थों बख्शिश कर दी सी महाराज जी ने। ते संत बाबा अतर सिंह जी महाराज जी ने खुशियां बख्शिश करनियां कीतियां। बाबा अतर सिंह जी महाराज मस्तूआणा साहब वाला ने कीर्तन की दात बख्शी, तो उही कीर्तन की दात नूं अगे वधाउंदिआं होइआं फकीराना लिबास बख्शिश करके संत बाबा अतर सिंह जी महाराज जी ने दुनिया तो उच्चिया कर दिता। क्योंकि संत जी महाराज चाहुंदे सन कर्म धर्म पाखंड जो दिसै तिन जम जा गाती लूटै। महाराज जी डेफिनेशन समझाउणा चाहुंदे सन संसार नूं कि निर्वाण कीर्तन गावहो करते का, निमख सिमरत जित छूटै। गुरु का कीर्तन जिहड़ा है वो निर्वाण इच्छा रहत डिजायरलैस जिहड़ा होवे कीर्तन, वो जदों कीता जावे सुनिया जावे जां कीता जावे कीर्तन। बकतै बक शब्द सुनाया, सुरतै सुन मन वसाया, कर करता उतर सपारंग, कौ कबीरा सारंग। जे बकते ने, बकण वाले ने, ज्ञानी ने, बुलारे ने अपने मनों अकाल पुरख के चरणों के नाल जुड़ के शब्द सुनाया है
ਕੀਰਤਨ ਕੀਤਾ ਹੈ, ਵਿਚਾਰ ਕੀਤੀ ਹੈ, ਬਕਤੈ ਬਕ ਸ਼ਬਦ ਸੁਨਾਇਆ। ਫਿਰ ਅਗਲੀ ਗੱਲ ਸਰੋਤੇ ਦੀ ਹੈ, ਸੁਰਤੈ ਸੁਨ ਮਨ ਵਸਾਇਆ। ਬਕਤੇ ਦਾ ਉਹ ਪੂਰਨ ਬਕਤੇ ਦਾ ਕਿਹਾ ਹੋਇਆ ਜਿਹੜਾ ਸ਼ਬਦ ਜੇ ਪੂਰਨ ਸਰੋਤੇ ਨੇ ਸੁਣ ਲਿਆ, ਕਰ ਕਰਤਾ ਉਤਰਸ ਪਾਰੰਗ ਕਉ ਕਬੀਰਾ ਸਾਰੰਗ, ਉਹਦੇ ਤਰਨ ਦੇ ਵਿੱਚ, ਉਹਦਾ ਉਧਾਰ ਹੋਣ ਦੇ ਵਿੱਚ ਕੋਈ ਦੇਰ ਨਹੀਂ ਲੱਗਦੀ। ਫਿਰ ਉੱਥੇ ਜਾ ਕੇ ਮਹਾਰਾਜ ਜੀ ਕਥਨ ਕਰਦੇ ਨੇ ਕਿ ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿੱਤ ਲਾਏ। ਕੋਈ ਗਾਵੇ ਤੇ ਕੋਈ ਸੁਣੇ, ਹਰੀ ਦੇ ਨਾਮ ਨੂੰ ਚਿੱਤ ਲਾ ਕੇ। ਕਉ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਅੰਤ ਨੂੰ ਉਹ ਪਰਮ ਗਤੀ ਨੂੰ ਪ੍ਰਾਪਤ ਹੋਵੇਗਾ ਹੀ ਹੋਵੇਗਾ, ਕੋਈ ਸ਼ੰਕਾ ਨਹੀਂ ਹੈ ਉਹਦੇ ਵਿੱਚ। ਪਰ ਸ਼ਬਦ ਸੁਣਨ ਵਾਲੇ ਜਿੰਨੇ ਸਰੋਤਿਆਂ ਨੇ ਸੰਤ ਜੀ ਮਹਾਰਾਜ ਦਾ ਕੀਰਤਨ ਸੁਣਿਆ, ਸਰੋਤੇ ਬਣ ਕੇ ਉਹ ਤਰ ਗਏ ਸੰਸਾਰ ਦੇ ਵਿੱਚੋਂ, ਉਹਨਾਂ ਦੇ ਤਰਨ ਵਿੱਚ ਕੋਈ ਸ਼ੰਕਾ ਨਹੀਂ ਹੈ। ਮਹਾਰਾਜ ਜੀ ਨੇ ਤੇ ਕੀਰਤਨ ਕੀਤਾ, ਨਿਰਵਾਣ ਕੀਰਤਨ ਕੀਤਾ। ਬਖਸ਼ਿਸ਼ ਹੋਈ ਸੀ, ਕਫਣੀ ਪਾ ਕੇ ਕੀਰਤਨ ਵੀ ਕਰਵਾਇਆ। ਫਿਰ ਜਦੋਂ ਦਰਾਹੇ ਆਏ ਅਖੰਡ ਪਾਠ ਸਾਹਿਬ ਤੇ, ਉੱਥੇ ਕੀਰਤਨ ਵੀ ਕਰਾਇਆ। ਸੰਤ ਜੀ ਮਹਾਰਾਜ ਨੇ ਆਪ ਬਾਜੀ ਦੀਆਂ ਸੁਰਾਂ ਕਿਹਾ ਕਿ ਇਹ ਸ਼ਬਦ ਪੜ੍ਹੋ, ਇਹ ਸ਼ਬਦ ਪੜ੍ਹੋ। 4 ਸ਼ਬਦ ਜਿਹੜੇ 4 ਧਾਰਨਾ ਪੜ੍ਹਾਈਆਂ, ਕਿਉਂਕਿ ਜੇ ਆਪਾਂ ਹੁਣ ਪੜ੍ਹਾਂਗੇ ਸਮੇਂ 7-8 ਮਿੰਟ ਹੀ ਰਹਿੰਦੇ ਨੇ। ਸੋ ਇਸ ਕਰਕੇ ਸੰਤ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕਰਨੀ ਕੀਤੀ। ਖਫਣੀ ਜਾਨੋ ਖਫਨ ਸਮਾਨਾ, ਗੁਰੂ ਗੋਰ ਕੇ बीच ਸਮਾਨਾ। ਮੁਰਦਾ ਹੋਏ ਸੋ ਖਫਣੀ ਪਾਵੈ, ਗੁਰੂ ਗੋਰ ਕੇ बीच ਸਮਾਵੈ। ਬਚਨ ਸੁਣ ਲਿਆ ਤੇ ਹਿਰਦੇ ਵਿੱਚ ਵਸਾ ਲਿਆ, ਤਾਂ ਜ਼ਿੰਦਗੀ ਸਾਰੀ ਜ਼ਿੰਦਗੀ ਕਿਸੇ ਚੀਜ਼ ਨਾਲ ਮੋਹ ਨਹੀਂ ਕੀਤਾ, ਮੁਰਦੇ ਵਾਂਗੂ ਹੀ ਰਹੇ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਗੱਲਾਂ ਨਹੀਂ ਮਾਰੀਆਂ। ਜੋ ਉਪਦੇਸ਼ ਸੀ, ਜੋ ਸੁਣਿਆ ਸੀ ਉਪਦੇਸ਼, ਉਹ ਆਪਣੇ ਹਿਰਦੇ ਵਿੱਚ ਧਾਰਨ ਕੀਤਾ। ਭੇਖੀ ਜੋਗਿਓ ਗੱਲੀ ਜੋਗ ਨਾ ਹੋਈ, ਭੇਖੀ ਜੋਗਿਓ ਗੱਲੀ ਜੋਗ ਨਾ ਹੋਈ। ਜੋਗਿਓ ਗੱਲੀ ਜੋਗ ਨਾ ਹੋਈ, ਜੋਗਿਓ ਗੱਜ ਕੇ ਜੋਗ ਨਾ ਹੋਈ। ਉਹ ਭੇਖੀ ਜੋਗਿਓ ਗੱਲੀ ਜੋਗ ਨਾ ਹੋਈ, ਭੇਖੀ ਜੋਗਿਓ ਗੱਲੀ ਜੋਗ ਨਾ ਹੋਈ। ਜੋਗਿਓ ਗੱਲੀ ਜੋਗ ਨਾ ਹੋਈ, ਜੋਗਿਓ ਗੱਲੀ ਜੋਗ ਨਾ ਹੋਈ। ਗੱਲੇ ਜੋਗ ਨਾ ਹੋਈ। ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਜਿਹੜਾ ਸੰਸਾਰ ਨੂੰ ਇੱਕ ਦ੍ਰਿਸ਼ਟੀ ਦੇ ਨਾਲ ਦੇਖਦਾ, ਜੋਗੀ ਜੁੜਿਆ ਹੋਇਆ। ਜਿਹੜਾ ਸੰਸਾਰ ਨੂੰ ਇੱਕ ਦ੍ਰਿਸ਼ਟੀ ਦੇ ਨਾਲ ਦੇਖਣ ਲੱਗ ਜਾਵੇ, ਸਤਿਗੁਰੂ ਮਹਾਰਾਜ ਕਹਿੰਦੇ ਉਹ ਅਸਲੀ ਜੋਗੀ ਹੈ। ਇਸ ਕਰਕੇ ਸੰਤ ਜੀ ਮਹਾਰਾਜ ਨੇ ਉਪਦੇਸ਼ ਕੀਤਾ ਕਿ ਭੇਖ ਨਹੀਂ ਦਿਖਾਉਣਾ, ਪਖੰਡ ਨਹੀਂ ਕਰਨਾ, ਸੰਸਾਰ ਤੋਂ ਉੱਚਾ ਉੱਠ ਕੇ ਹਰੀ ਦਾ ਨਿਰਵਾਣ ਕੀਰਤਨ ਕਰਨਾ ਹੈ। ਫਿਰ ਸੰਤ ਜੀ ਮਹਾਰਾਜ ਨੇ ਸਾਰੀ ਜ਼ਿੰਦਗੀ ਹਰੀ ਦਾ ਕੀਰਤਨ ਕੀਤਾ, ਕੋਈ ਇੱਛਾ ਨਹੀਂ ਕੀਤੀ। ਸੋ ਪਹਿਲੀ ਵਾਰੀ ਸੰਤ ਜੀ ਮਹਾਰਾਜ ਜਦੋਂ ਇੰਗਲੈਂਡ ਨੂੰ ਆਉਣ ਲੱਗੇ, ਤੇ ਉਸ ਵਕਤ ਫਿਰ ਆਖਰ ਦੋਹਾਂ ਗੁਰ ਭਾਈਆਂ ਦਾ ਜਦ ਪਿਆ ਵਿਛੋੜਾ, ਧਰਤੀ ਡੋਲੀ ਅੰਬਰ ਕੰਬਿਆ ਤੇ ਉੱਠੀਆਂ ਰੋੜਾਂ। ਕੌਣ ਦੱਸੇ ਉਹਨਾਂ ਜ਼ਖਮਾਂ ਨੂੰ ਜੋ ਦਿਲ ਚੋਂ ਫੁੱਟੇ, ਜਿਸ ਮਹਿਕਾਂ ਨਾਮ ਦੀਆਂ ਵੰਡੀਆਂ ਹੈ ਦੁਨੀਆ ਉੱਤੇ। ਆਉਣ ਲੱਗੇ ਇਧਰ ਨੂੰ ਇੰਗਲੈਂਡ ਵੱਲ ਨੂੰ, ਕਿਹਾ ਕਿ ਗੁਰ ਭਾਈ ਇਸ ਵਾਰ ਨਾ ਜਾਇਓ। ਕਹਿਣ ਲੱਗੇ ਇਸ ਵਾਰ ਹੀ ਜਾਣਾ, ਮੁੜ ਕੇ ਤੇ ਫਿਰ ਜਾਣਾ ਨਹੀਂ, ਫਿਰ ਤੇ ਆਉਣ ਜਾਣ ਹੀ ਮੁੱਕ ਜਾਣਾ ਹੈ, ਫਿਰ ਤੇ ਵਿਸ਼ਰਾਮ ਪਾ ਲੈਣਾ। ਮਿਟ ਗਏ ਗਵਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ। ਸ਼ਰਮ ਥਾਕਾ ਪਾਏ ਵਿਸ਼ਰਾਮਾ, ਮਿਟ ਗਈ ਸਗਲੀ ਧਾਈ। ਅਬ ਮੋਹੇ ਜੀਵਨ ਪਦਵੀ ਪਾਈ, ਕਿਵੇਂ ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਣਾਈ। ਸੰਤਾਂ ਦੀ ਸ਼ਰਣਾਈ, ਬਾਬਾ ਅਤਰ ਸਿੰਘ ਮਹਾਰਾਜ ਜੀ ਦੀ ਸ਼ਰਨ ਵਿੱਚੋਂ ਉਹ ਰੇਰੂ ਸਾਹਿਬ, ਜਿੱਥੇ ਕਲਗੀਧਰ ਪਾਤਸ਼ਾਹ ਜੀ ਨੇ ਚਰਨ ਪਾ, ਉੱਥੋਂ ਦੀ ਧੂੜ ਮੱਥੇ ਨਾਲ ਲਾ ਲਾ ਕੇ ਆਪਣੇ ਆਪ ਨੂੰ ਨਿਰਛਿਤ ਕਰ ਲੈਣਾ ਕੀਤਾ। ਤੇ ਆਏ ਫਿਰ ਰਾੜਾ ਸਾਹਿਬ ਦੀ ਧਰਤੀ ਤੇ ਟੱਕੀ ਨੂੰ ਭਾਗ ਲਾ ਕੇ ਸਵਰਗ ਬਣਾ ਦਿੱਤਾ ਟੱਕੀ ਨੂੰ, ਤੇ ਜ਼ਿੰਦਗੀ ਭਰ ਕੀਰਤਨ ਕਰਦੇ ਰਹੇ। ਉਪਰੰਤ ਜਦੋਂ ਅੰਤਲਾ ਸਮਾਂ ਆ ਗਿਆ, ਹੁਣ ਕੀਰਤਨ ਦੀ ਵੀ ਮਾਨੋ ਸਮਾਪਤੀ ਕਰਨ ਦਾ ਹੀ ਸਮਾਂ ਆ ਗਿਆ। ਜਿਤਨਾ ਹੁਕਮ ਹੋਇਆ ਸੀ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਦਾ ਕੀਰਤਨ ਕਰਨ ਦਾ, ਮਾਨੋ ਕੁਝ ਸਾਲ 2 ਸਾਲ ਬਾਕੀ ਰਹਿ ਗਏ ਨੇ। ਤੇ ਫਿਰ ਸੰਤ ਜੀ ਮਹਾਰਾਜ ਭੋਰਾ ਸਾਹਿਬ ਦੇ ਵਿੱਚ ਗਏ,
क्योंकि बड़े संत जी महाराज का यह सुभाਅ सी, जो भी माया इकट्ठी होंदी छोटे संत महाराज जी नूं बुला के तो लंगर वास्ते सारी सेवा दिया करते सन। अज भी गए ने, अज भी मिलाप होया, अगे भी मिलाप हुंदा सी, अज अलौकिक मिलाप है, क्योंकि इस मिलाप ने विछोड़े विच बदल जाना है। अज दा ही मिलाप है, अज दा ही ये वसल है, कल नूं इन्हें विछोड़े विच बदल जाना है, इन्हें बिरहों दे विच बदल जाना है। सो दूरों ही एक दूजे नूं देख रहे ने, क्योंकि दास संत महाराज जी दी छोटियां दी सेवा विच रहा। कई कौतक अखीं देखे ने, जदों रात नूं पहरे ते होया करदे सी, 8 ਤੋਂ ਲੈ ਕੇ 2 ਵਜੇ तक संत महाराज जी कोले पहरा हुंदा सी, बैठना हुंदा सी कोले, ख्याल रखना हुंदा सी कदों किरिया आउंदी है। जां संत बाबा प्रताप सिंह महापुरुष ओह जो मुख सेवादार सन, छोटे संत महाराज बाबा कृष्ण सिंह जी महाराज जी दे, ते ਉਹ भी कोल आराम करते होया करते सन, क्योंकि अणथक सेवा सी उन्हां दी, दिन विच थक जाया करते सन। बाबा जरनैल सिंह जी, बाबा संत प्रताप सिंह जी कोले ही आराम थोड़ा चिर कराया करते सन कि मेरी ड्यूटी हुंदी संत महाराज जी कोले बैठ के देखण दी। कई बारी देखना, क्योंकि संत महाराज जी दे कोल जदों बैठ जाना पलंग दे कोल, हौली हौली उन्हां दे शरीर नूं सहलाउंदे रहना, ते आप जी ने थोड़ा आराम भी कर लेना। कई बारी तो देखना, कई बारी छोटे ते बड़े संत महाराज जी की खब्बे पासे एक तस्वीर लगी हुंदी सी दोवां दी। वो तस्वीर दे वल नूं कई बारी संत जी महाराज देखी जाते देखदियां देखदियां उन्हां दे अखां विच अथरू आ जाया करते सन। शायद ओहो ही समा सी जदों वो विछड़े सी, शायद ओहो ही समय नूं याद करते होणगे कि इदां विछड़े सी असीं ते हुण दुबारा फिर मिलाप पाउणा है। एक विछोड़े का दुख सी ते अज मिलाप की खुशी विच भी अथरू बहिंदे ने ते गमी विच भी अथरू बहिंदे ने। वो गमी विच अथरू बहे सन जदों विछोड़ा होण लग्या सी। आखिर दोहां गुर भाइयां दा जद पिया विछोड़ा, उस टाइम दे विच संत महाराज जी ने कहा कि आ लंगर वास्ते माया, कहण लगे सानू माया नहीं चाहिदी, सानू तुसीं चाहिदे हो, तुसीं इत्थे रहो, किते नहीं जाना तुसीं। इस बार कदे बचन तुहानू असीं कीता नहीं, इस बार तुहानू बचन करदे हां कि जाओ ना किते बाहर। कहण लगे नहीं, इस बार ही जाना है, क्योंकि बचन किया होया है। 74 विच इत्थे जदों आए सन, संगत ने इन्ना प्यार किया, इतना प्रेम किया, जिहड़े रोडे भोडे सन वो भी अमृत छक के गुरसिੱਖੀ विच तैयार बरत्यार सिंह सज गए सन। बड़ा प्यार किया सी उन्होंने, कहा सी महाराज जी नूं कि फिर आयो। महाराज जी ने कहा सी आवांगे, जरूर आवांगे। 74 विच बचन कर गए सन कि जरूर आवांगे। ओहो ही बचन नूं चितारिया, फिर कहण लगे कि जावांगे, फिर आवण जाण ही मुक जाएगा, दोबारा फिर नहीं जाना, इस बार ही जावांगे बस। बहुत बैराग किया, अखां विचों नीर भी वगिया, लेकिन अकाल पुरख का जो भाणा हुंदा है उन्होंने महापुरख टालदे नहीं हुंदे, क्योंकि वो तो करते हुंदे ने, वो किरत दे करते हुंदे ने, वो कदे किरत नाल धक्का नहीं करते, किरत नूं मेटदे नहीं हुंदे। महापुरुष कहण लगे संत महाराज वड्डे कि इस बार जावांगे, फिर नहीं जाना। तो ओहो ही समा शायद छोटे संत महाराज जी के शरीर छड्डण तो कुछ दिन पहलां भी वो वापरदा सी, क्योंकि जदों संत जी महाराज का खानपुरी जन्मदिन मनाया गया आखिरी 24 दिसंबर 1999 नूं, ते उदों संत महाराज जी बाहर बैठे सन अपनी व्हील चेयर के उत्ते, ते संत प्रताप बाबा जी ने तैयार कर दिता आप जी नूं लिजाण दे वास्ते। कहंदे महाराज चलीए हुण। संत महाराज कहण लगे आओ संत आ गए। हो सकदा 6 दिन नाल ही रहे होण, क्योंकि 6 दिन बाद ही आप जी ने सीर छड्डिया, नाल ही लैण आ गए होण अपने गुर भाई नूं। ये भी तो हो सकता, ये तो उही जानते ने हुण। सो वो समा आया जदों संत महाराज जी का आपस में फिर शरीर करके विछोड़ा हो गया, दोवें जाने विछड़े, तो संत महाराज वड्डे इत्थे आ गए, तो छोटे संत महाराज जी उत्थे, तो इत्थे आके जदों संत महाराज जी ने दीवान लाए, आही वो जगह है, आही वो स्थान है जिथे हुण आप जी दर्शन करते हो कुटिया दे। इत्थे संत जी महाराज जी ने आखिरी दीवान लाया, तो आखिरी दीवान दे विच संत जी महाराज ने जो बचन किए वो भी आप जी सब संगतां नूं पता है। एक दीवान रहिंदा सी, संत महाराज जी ने बचन किया कि साध संगत जी तुहाडा एक दीवान रह गया। कईयां ने समझिया भी एक दीवान कल दा रह गया, पर नहीं, संत जी महाराज ने तो यह बचन किया सी कि तुहाडा भाई एक दीवान रह गया। फकीरां दी रमज नूं हर कोई नहीं जान सकदा, दुनियादार ना जाने रमज फकीरां दी, दुनियादार ना जाने रमज फकीरां दी, ना जाने रमज फकीरां दी, दुनिया
ਇਸ ਕਰਕੇ ਕਈ ਲੋਕ ਸਮਝ ਗਏ, ਕਈ ਨਹੀਂ ਸਮਝੇ। ਫਿਰ ਦੂਸਰੇ ਦਿਨ ਸੰਤ ਜੀ ਮਹਾਰਾਜ ਨੇ ਆਪਣੇ ਸਰੀਰ ਦਾ ਪਰਿਤਿਆਗ ਕੀਤਾ। ਜਿਵੇਂ ਪਹਿਲਾਂ ਕਿਹਾ ਕਿ ਸੰਤ ਮਹਾਰਾਜ ਦੀਆਂ ਬੇਅੰਤ ਕਹਾਣੀਆਂ ਨੇ, ਕਈ ਘੰਟੇ ਭਾਵੇਂ ਕਰੀ ਜਾਵੇ ਤਾਂ ਰੀਲ ਉਧੜੀ ਜਾਣੀ ਹੈ। ਇਸ ਕਰਕੇ ਆਓ ਸਮਾਂ ਹੁਣ ਹੋ ਚੁੱਕਿਆ ਹੈ, ਇਤਨੀ ਹੀ ਹਾਜ਼ਰੀ ਕਬੂਲ ਕਰਨੀ। ਅਗਲਾ ਸਮਾਂ ਜੋ ਹੈ ਸੋ ਆਓ ਕੀਰਤਨ ਦੀ ਸਮਾਪਤੀ ਦਾ ਭਾਈ ਸਾਹਿਬ ਚਰਨਜੀਤ ਸਿੰਘ ਜੀ ਉਹਨਾਂ ਨੇ ਕਿਹਾ ਕਿ ਸਮਾਪਤੀ ਦਾ ਟਾਈਮ ਹੈ। ਸੋ ਆਓ ਇਸ ਕਰਕੇ ਸਾਰੇ ਜਾਣੇ ਰਲ ਮਿਲ ਕੇ ਆਨੰਦ ਸਾਹਿਬ ਦਾ ਜਾਪ ਕਰੀਏ ਜੀ। ਉਪਰੰਤ ਅਰਦਾਸ ਦੇ ਵਿੱਚ ਸਾਰੇ ਜੁੜ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਦਿਨੇ ਵਸਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਰੇ ਵਾਕਿਆ ਨਾਹੀ ਕਰਦੇ। ਸਦਾ ਸਿਫਤ ਸਾਲਾ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਉਸਿਆ, ਵਾਜੇ ਸ਼ਬਦ ਕਨੇਰੇ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ। ਜਨ ਭੁੱਖਾਂ ਸਭ ਗਵਾਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਵਾਜੇ ਪੰਜ ਪੰਚ ਦੂਤ ਤੁਧ ਵਸ ਚਿਤੇ, ਕਾਲ ਕੰਠ ਕੁਮਾਰਿਆ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਸੰਤ ਸਾਜਨ ਪੈ ਸਰਸੇ ਪੂਰੇ, ਗੁਰ ਤੇ ਜਾਣੇ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਾਤ। ਦਿਵਸ ਰਾਤ ਜੋਏ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਵਾਹਿਗੁਰੂ ਜੀ ਕਾ ਖਾਲਸਾ,